ਸਾਲਾਂ ਤੋਂ ਜਿਹੜਾ ਗੰਨੇ ਦਾ ਰੇਟ ਹੈ ਉਹ ਬਿਲਕੁਲ ਪੰਜਾਬ ਸਰਕਾਰ ਨੇ ਨਹੀਂ ਵਧਾਇਆ। ਜਿਹੜਾ ਸਟੇਟ ਗਵਰਨਮੈਂਟ ਹਮੇਸ਼ਾ ਅਨਾਉਂਸ ਕਰਦੀ ਹੈ, ਇਹਨਾਂ ਨੇ ਕੋਈ ਰੇਟ ਵਧਾ ਕੇ ਅਨਾਉਂਸ ਨਹੀਂ ਕੀਤਾ। ਹਰਿਆਣਾ ਆ, ਯੂਪੀ ਆ, ਉਹਨੇ ਹਰ ਸਾਲ ਅਨਾਉਂਸ ਕੀਤੇ। ਸਾਡੇ ਨਾਲ ਦੀਆਂ ਸਟੇਟਾਂ ਆ, ਜਿਹੜੀ ਹਰਿਆਣਾ ਸਟੇਟ ਹੈ ਉਹਦਾ ਅੱਜ ਰੇਟ ਜਿਹੜਾ ਸਾਨੂੰ ਕਿਤੇ ਘੱਟ ਹੋਇਆ ਕਰਦਾ ਸੀ ਪੰਜਾਬ ਨਾਲੋਂ, ਅੱਜ ਸਾਡਾ ਕਿਤੇ ਉਹਨਾਂ ਦਾ ਰੇਟ ਸਾਡੇ ਤੋਂ ਉੱਪਰ ਹੈ। 50 ਰੁਪਏ ਪ੍ਰਤੀ ਕੁਇੰਟਲ ਸਾਡੇ ਤੋਂ ਉੱਪਰ ਹੈ। ਫਿਰ ਅਸੀਂ ਉਸ ਤੋਂ ਬਾਅਦ ਸਾਡੇ ਸਾਥੀਆਂ ਨੇ ਮੰਗ ਪੱਤਰ ਦਿੱਤੇ, ਕੋਸ਼ਿਸ਼ ਕੀਤੀ ਰਾਬਤਾ ਕਾਇਮ ਕਰਨੇ ਦੀ ਸੀਐਮ ਹਾਊਸ ਵੀ ਸਾਨੂੰ ਮੀਟਿੰਗ ਅਰੇਂਜ ਹੋ ਜਾਏ, ਪਰ ਉਹਨਾਂ ਨੇ ਸਾਡੀ ਕੋਈ ਬਾਂਹ ਨਹੀਂ ਫੜੀ। ਇਸ ਕਰਕੇ ਅਸੀਂ 20 ਅਗਸਤ ਦਾ ਜਿਹੜਾ ਉਹ ਅਨਾਉਂਸ ਕੀਤਾ ਧਰਨਾ ਧੰਨੋਂ ਵਾਲੀ ਫਾਟਕ ਦੇ ਲਾਗੇ ਜਲੰਧਰ ਹਾਈਵੇ ਤੇ ਨੈਸ਼ਨਲ ਹਾਈਵੇ ਬੰਦ ਕਰਾਂਗੇ। ਜੇ ਸਰਕਾਰ ਨਹੀਂ ਫਿਰ ਵੀ ਮੰਨਦੀ ਫਿਰ ਜਿਹੜਾ ਰੇਲਵੇ ਟਰੈਕ ਆ ਉਹ ਵੀ ਬੰਦ ਕਰਾਂਗੇ। ਸਾਡੇ ਕੈਪਟਨ ਸਾਹਿਬ ਜਾ ਕੇ ਕਹਿ ਰਹੇ ਸੀ ਕਿ ਬਿੱਲਾਂ ਨੂੰ ਜਿਹੜਾ ਰੱਦ ਕੀਤਾ ਜਾਵੇ। ਉਹਨਾਂ ਨੂੰ ਆਪਣਾ ਪਤਾ ਹੀ ਨਹੀਂ ਕਿ ਸਾਡੇ ਪਾਲੇ ਦੇ ਵਿੱਚ ਕੀ ਆ, ਅਸੀਂ ਕੀ ਵਾਅਦੇ ਕੀਤੇ ਆ। ਵਾਅਦੇ ਤਾਂ ਮੇਰੇ ਖਿਆਲ ਪਹਿਲਾਂ ਵੀ ਕੀਤੇ ਕੈਪਟਨ ਸਾਹਿਬ ਨੇ, ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਵੀ ਬਹੁਤ ਵਾਅਦੇ ਕੀਤੇ ਸੀ। ਬੇਰੁਜ਼ਗਾਰੀ ਖਤਮ ਹੋ ਗਈ, ਨਸ਼ਾ ਖਤਮ ਹੋ ਗਿਆ, ਕੀ ਖਤਮ ਹੋ ਗਿਆ। 400 ਰੁਪਏ ਰੇਟ ਲਵਾਂਗੇ ਔਰ ਇਹ ਸਰਕਾਰ ਜਿਹੜੀ ਹੈ ਇਹਨੂੰ ਸਮਝ ਲੈਣਾ ਚਾਹੀਦਾ ਕਿ ਕਿਤੇ ਇਹਨਾਂ ਦਿਨਾਂ ਦੇ ਵਿੱਚ ਐਂ ਕਹਿ ਦੇਣ ਵੀ 10-20 ਰੁਪਏ ਪਾ ਕੇ ਅਸੀਂ ਸਾਰ ਦਿੱਤਾ, ਉਹ ਵੀ ਨਹੀਂ ਕੰਮ ਚੱਲਣਾ। 11 ਮਹੀਨੇ ਘੱਟ ਨਹੀਂ ਹੁੰਦੇ, 11 ਮਹੀਨੇ ਹੋ ਗਏ ਮੰਗ ਪੱਤਰ ਦਿੱਤਿਆਂ ਨੂੰ। ਸਾਨੂੰ ਸੀਐਮ ਸਾਹਿਬ ਨੇ ਭਰੋਸਾ ਦਵਾ ਕੇ ਤੋਰਿਆ ਕਿ ਰੇਟ ਵੱਧ ਜਾਊਗਾ, ਫਿਰ ਨਹੀਂ ਰੇਟ ਵਧਾਇਆ। ਪੰਜਾਬ ਸਰਕਾਰ ਦੇ ਤਖਤੇ ਹਿਲਾਉਣ ਦੇ ਲਈ ਕਿਸਾਨਾਂ ਨੇ ਤਿਆਰੀ ਖਿੱਚ ਲਈ ਹੈ। 20 ਤਰੀਕ ਨੂੰ ਇੱਕ ਜਲੰਧਰ ਦੇ ਵਿੱਚ ਵੱਡੇ ਪੱਧਰ ਦੇ ਉੱਪਰ ਧਰਨਾ ਦਿੱਤਾ ਜਾਵੇਗਾ, ਜੋ ਪਿਛਲੇ ਅਤੇ ਉਸ ਤੋਂ ਪਿਛਲੇ ਸਾਲ ਦੀ ਗੰਨੇ ਦੀ ਰਾਸ਼ੀ ਹੈਗੀ ਆ ਉਸ ਨੂੰ ਲੈ ਕੇ ਅਤੇ ਜੋ ਗੰਨੇ ਦਾ ਮੁੱਲ ਹੈਗਾ ਆ ਉਸ ਨੂੰ ਵਧਾਉਣ ਦੇ ਲਈ ਕਿਸਾਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ। ਜੇ 20 ਤਰੀਕ ਤੋਂ ਪਹਿਲਾਂ ਪੰਜਾਬ ਸਰਕਾਰ ਗੰਨੇ ਦਾ ਮੁੱਲ 400 ਰੁਪਏ ਕੁਇੰਟਲ ਕਰ ਦੇਵੇਗਾ ਤੇ ਇਹ ਧਰਨਾ ਨਹੀਂ ਲੱਗੇਗਾ, ਨਹੀਂ ਤਾਂ ਅਣਮਿੱਥੇ ਸਮੇਂ ਦੇ ਲਈ ਧਰਨਾ ਜਿਹੜਾ ਹੈ ਉਹ ਲਗਾਇਆ ਜਾਵੇਗਾ ਜਲੰਧਰ ਦੇ ਵਿੱਚ ਅਤੇ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਜਾਵੇਗਾ। ਤਾਂ ਹੋਰ ਵੀ ਕੀ ਚੁਣੌਤੀਆਂ ਦਿੱਤੀਆਂ ਗਈਆਂ ਨੇ। 32 ਕਿਸਾਨ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਇੱਥੇ ਪਹੁੰਚੇ ਨੇ। ਗੱਲਬਾਤ ਕਰਦੇ ਆ ਮਨਜੀਤ ਰਾਏ ਹੋਣਾ ਦੇ ਨਾਲ। ਪਹਿਲਾਂ ਤਾਂ ਧਰਨੇ ਦੀ ਰੂਪਰੇਖਾ ਦੱਸ ਦਿਓ ਅਤੇ ਕਾਰਨ ਕੀ ਹੈ। ਦਰਅਸਲ ਸਾਡਾ ਕੋ ਪਿਛਲੇ 5 ਸਾਲਾਂ ਤੋਂ ਜਿਹੜਾ ਗੰਨੇ ਦਾ ਰੇਟ ਹੈ ਉਹ ਬਿਲਕੁਲ ਪੰਜਾਬ ਸਰਕਾਰ ਨੇ ਨਹੀਂ ਵਧਾਇਆ। ਜਿਹੜਾ ਸਟੇਟ ਗਵਰਨਮੈਂਟ ਹਮੇਸ਼ਾ ਅਨਾਉਂਸ ਕਰਦੀ ਹੈ, ਇਹਨਾਂ ਨੇ ਕੋਈ ਰੇਟ ਵਧਾ ਕੇ ਅਨਾਉਂਸ ਨਹੀਂ ਕੀਤਾ। ਜਦ ਕਿ ਬਾਕੀ ਜਿਹੜੀਆਂ ਸਟੇਟਾਂ ਆ, ਹਰਿਆਣਾ ਆ, ਯੂਪੀ ਆ, ਉਹਨੇ ਹਰ ਸਾਲ ਅਨਾਉਂਸ ਕੀਤੇ। ਸਾਡੇ ਨਾਲ ਦੀਆਂ ਸਟੇਟਾਂ ਆ, ਜਿਹੜੀ ਹਰਿਆਣਾ ਸਟੇਟ ਹੈ ਉਹਦਾ ਅੱਜ ਰੇਟ ਜਿਹੜਾ ਸਾਨੂੰ ਕਿਤੇ ਘੱਟ ਹੋਇਆ ਕਰਦਾ ਸੀ ਪੰਜਾਬ ਨਾਲੋਂ, ਅੱਜ ਸਾਡਾ ਕਿਤੇ ਉਹਨਾਂ ਦਾ ਰੇਟ ਸਾਡੇ ਤੋਂ ਉੱਪਰ ਹੈ। 50 ਰੁਪਏ ਪ੍ਰਤੀ ਕੁਇੰਟਲ ਸਾਡੇ ਤੋਂ ਉੱਪਰ ਹੈ, ਕਿਉਂਕਿ ਉਹਨਾਂ ਨੇ ਪਿਛਲੇ ਸਾਲ ਜਿਹੜਾ 350 ਰੁਪਏ ਰੇਟ ਦਿੱਤਾ, 8 ਰੁਪਏ ਇਸ ਵਾਰ ਵਧਾਏ ਆ, 358 ਰੁਪਏ ਰੇਟ ਕਰਤਾ। ਜਦ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਸਾਨੂੰ ਦੇ ਰਹੀ ਆ 310 ਰੁਪਏ। ਸੋ ਇਸ ਕਰਕੇ ਅਸੀਂ ਇਹ ਬੜਾ ਰੋਹ ਹੈ ਕਿਸਾਨਾਂ ਦੇ ਵਿੱਚ, ਕਿਉਂਕਿ ਪਿਛਲੇ ਸਾਲ ਜਦੋਂ ਅਸੀਂ ਹਜੇ ਚੰਡੀਗੜ੍ਹ ਹੀ ਬੈਠੇ ਸੀ, ਦਿੱਲੀ ਦੀਆਂ ਬਰੂਹਾਂ ਤੇ ਨਹੀਂ ਗਏ ਸਾਂ, ਤੇ ਸਾਡੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਸਤੰਬਰ ਮਹੀਨੇ ਦੇ ਵਿੱਚ, ਤੇ ਮੇਰੇ ਖਿਆਲ ਲਗਭਗ 30 ਸਤੰਬਰ ਦੀ ਸੀ ਸ਼ਾਇਦ। ਤੇ ਉਸ ਮੀਟਿੰਗ ਦੇ ਵਿੱਚ ਅਸੀਂ ਮੰਗ ਪੱਤਰ ਦਿੱਤਾ ਸੀ ਔਰ ਮੰਗ ਪੱਤਰ ਦੇ ਵਿੱਚ ਅਸੀਂ ਡਿਮਾਂਡ ਦਿੱਤੀ ਸੀ ਆਪਣੀ ਵੀ ਸਾਡਾ ਰੇਟ ਜਿਹੜਾ 400 ਰੁਪਏ ਕੀਤਾ ਜਾਵੇ। ਤੇ ਸਾਨੂੰ ਜਿਹੜਾ ਉਸ ਵੇਲੇ ਬੜਾ ਭਰੋਸਾ ਦਿੱਤਾ ਗਿਆ ਮੁੱਖ ਮੰਤਰੀ ਜੀ ਵੱਲੋਂ। ਉਹਨਾਂ ਨੇ ਕਿਹਾ ਵੀ ਅਸੀਂ 1 ਹਫ਼ਤੇ ਦੇ ਵਿੱਚ ਜਿਹੜਾ ਰੇਟ ਆ ਇਹ ਅਨਾਉਂਸ ਕਰ ਦਿਆਂਗੇ ਤੇ ਤੁਹਾਨੂੰ ਜਿਹੜਾ ਇਹ ਕਰੰਟ ਸੀਜ਼ਨ ਚੱਲ ਰਿਹਾ ਇਹਦਾ ਵੀ ਰੇਟ ਜਿਹੜਾ ਹੈ ਉਹ ਵਧਾ ਕੇ ਮਿਲੇਗਾ। ਪਰ ਉਹ ਸੀਜ਼ਨ ਸਾਡਾ ਲੰਘ ਗਿਆ, ਕੋਈ ਰੇਟ ਨਹੀਂ ਵਧਾਇਆ। ਫਿਰ ਅਸੀਂ ਉਸ ਤੋਂ ਬਾਅਦ ਸਾਡੇ ਸਾਥੀਆਂ ਨੇ ਮੰਗ ਪੱਤਰ ਦਿੱਤੇ, ਕੋਸ਼ਿਸ਼ ਕੀਤੀ ਰਾਬਤਾ ਕਾਇਮ ਕਰਨੇ ਦੀ ਸੀਐਮ ਹਾਊਸ ਵੀ ਸਾਨੂੰ ਮੀਟਿੰਗ ਅਰੇਂਜ ਹੋ ਜਾਏ, ਪਰ ਉਹਨਾਂ ਨੇ ਸਾਡੀ ਕੋਈ ਬਾਂਹ ਨਹੀਂ ਫੜੀ। ਫਿਰ ਅਸੀਂ ਹੁਣ ਹਾਰ ਕੇ ਮਜਬੂਰਨ ਸਾਰੀਆਂ ਜਥੇਬੰਦੀਆਂ ਨੇ ਸਲਾਹ ਕਰਕੇ ਅਸੀਂ ਕਿਹਾ ਵੀ ਇਹ ਸਰਕਾਰ ਹੁਣ ਸਮਝਦੀ ਹੈ ਵੀ ਖਰੇ ਦਿੱਲੀ ਬਾਰਡਰਾਂ ਤੇ ਬੈਠੇ ਹੈ, ਪਰ ਅਸੀਂ ਆਪਣੇ ਹੱਕ ਲੈਣ ਨੂੰ ਇੱਥੇ ਵੀ ਸਾਡਾ 90% ਕਿਸਾਨ ਇੱਥੇ ਬੈਠਾ ਹੈ। ਤੇ ਇਸ ਕਰਕੇ ਅਸੀਂ 20 ਅਗਸਤ ਦਾ ਜਿਹੜਾ ਉਹ ਅਨਾਉਂਸ ਕੀਤਾ ਧਰਨਾ ਧੰਨੋਂ ਵਾਲੀ ਫਾਟਕ ਦੇ ਲਾਗੇ ਜਲੰਧਰ ਹਾਈਵੇ ਤੇ ਨੈਸ਼ਨਲ ਹਾਈਵੇ ਬੰਦ ਕਰਾਂਗੇ। ਜੇ ਸਰਕਾਰ ਨਹੀਂ ਫਿਰ ਵੀ ਮੰਨਦੀ ਫਿਰ ਜਿਹੜਾ ਰੇਲਵੇ ਟਰੈਕ ਆ ਉਹ ਵੀ ਬੰਦ ਕਰਾਂਗੇ। ਮੈਂ ਗਲਤ ਨਾ ਹੋਵਾਂ ਤਾਂ 310 ਰੁਪਏ ਜਿਹੜਾ ਪੰਜਾਬ ਦਾ ਹੁਣ ਮੁੱਲ ਹੈਗਾ, ਤੁਸੀਂ ਚਾਹੁੰਦੇ ਕਿੰਨਾ ਉਹ 350 ਕਰਨਾ, 400 ਕਰਨਾ? ਨਹੀਂ, 450 ਦੀ ਡਿਮਾਂਡ ਹੈ, ਕਿਉਂਕਿ ਸਾਡਾ ਹਮੇਸ਼ਾ ਹਰਿਆਣੇ ਤੋਂ ਰੇਟ ਉੱਪਰ ਰਿਹਾ। ਤੇ ਜੇ ਹਰਿਆਣਾ 360 ਦੇ ਕਰੀਬ ਦੇ ਰਿਹਾ ਤਾਂ ਸਾਡਾ ਉੱਪਰੋਂ 400 ਬਣਦਾ, ਵਾਜਬ ਹੈ। ਇਸ ਕਰਕੇ ਅਸੀਂ ਤਾਂ 400 ਦੀ ਸਾਡੀ ਡਿਮਾਂਡ ਹੈ। 400 ਤੋਂ ਘੱਟ ਨਹੀਂ ਕੋਈ ਵੀ ਗੱਲ ਕਰਾਂਗੇ। 400 ਰੁਪਏ ਰੇਟ ਲਵਾਂਗੇ ਔਰ ਇਹ ਸਰਕਾਰ ਜਿਹੜੀ ਹੈ ਇਹਨੂੰ ਸਮਝ ਲੈਣਾ ਚਾਹੀਦਾ ਕਿ ਕਿਤੇ ਇਹਨਾਂ ਦਿਨਾਂ ਦੇ ਵਿੱਚ ਐਂ ਕਹਿ ਦੇਣ ਵੀ 10-20 ਰੁਪਏ ਪਾ ਕੇ ਅਸੀਂ ਸਾਰ ਦਿੱਤਾ, ਉਹ ਵੀ ਨਹੀਂ ਕੰਮ ਚੱਲਣਾ। ਇਹ ਰੇਟ 400 ਰੁਪਈਆ ਅਨਾਉਂਸ ਕਰਨ, ਨਹੀਂ ਤਾਂ ਇਹ ਧਰਨਾ ਲੱਗੇਗਾ ਹੀ ਲੱਗੇਗਾ। ਸਵਾਲ ਕਰਨ ਲੱਗਾ ਸੀ 10-20 ਰੁਪਏ ਵਧਾ ਦੇਣਗੇ ਤਾਂ ਕਿਸਾਨ ਕਹਿ ਦੇਣਗੇ ਕਿ ਵੀ ਠੀਕ ਹੈ, ਮਸਲਾ ਹੱਲ ਹੋ ਜੂ, ਕਿਉਂਕਿ ਪਿਛਲੇ ਧਰਨਿਆਂ 'ਚ ਵੀ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ। ਤਾਂ ਦੂਜੇ ਪਾਸੇ ਰਾਸ਼ੀ ਜਿਹੜੀ ਕਰਜ਼ਾ ਬਹੁਤ ਮਿੱਲਾਂ ਵੱਲ ਖੜਾ ਪਿਆ, ਕੁੱਲ ਸਰਕਾਰੀ ਅਤੇ ਪ੍ਰਾਈਵੇਟ ਮਿੱਲਾਂ ਵੱਲ ਕਿੰਨਾ ਪਿਆ ਤੇ ਹੁਣ ਆਉਂਦੇ ਸਾਲ ਦੇ ਵਿੱਚ ਕਿੰਨੀ ਕਾਸ਼ਤ ਹੋ ਰਹੀ? ਦੇਖੋ, ਅਸੀਂ ਜਿਹੜਾ ਸਾਡੇ ਕੋਲ ਅੰਕੜੇ ਆ ਹੁਣ ਉਹਦੇ ਵਿੱਚ 200 ਕਰੋੜ ਦੇ ਲਗਭਗ ਜਿਹੜਾ ਸਾਡਾ ਟੋਟਲ ਬਕਾਇਆ ਜਿਹੜਾ ਉਹ ਖੰਡ ਮਿੱਲਾਂ ਵੱਲ ਬਕਾਇਆ, ਜਿਹਦੇ ਵਿੱਚ 55 ਕਰੋੜ ਦੇ ਕਰੀਬ ਜਿਹੜਾ ਉਹ ਸਹਿਕਾਰੀ ਮਿੱਲਾਂ ਵੱਲ ਹੈ, 145 ਕਰੋੜ ਦੇ ਕਰੀਬ ਜਿਹੜਾ ਆ ਉਹ ਪ੍ਰਾਈਵੇਟ ਮਿੱਲਾਂ ਵੱਲ ਹੈ, ਜਿਹਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਬਕਾਇਆ ਉਹ ਫਗਵਾੜਾ ਮਿਲ ਦਾ ਹੈ ਤੇ ਮਕੇਰੀਆਂ ਦਾ ਹੈ। ਤੇ ਫਗਵਾੜਾ ਜਿਹੜੀ ਮਿਲ ਹੈ ਉਹਦਾ ਇਸ ਵੇਲੇ ਬਕਾਇਆ ਜਿਹੜਾ
ਉਹ 43 ਕਰੋੜ ਪਿਛਲੇ ਤੋਂ ਪਿਛਲੇ ਸੀਜ਼ਨ ਦਾ, ਯਾਨੀ ਕਿ 2 ਸਾਲ ਪੁਰਾਣਾ, ਤੇ 7 ਕਰੋੜ ਇਸ ਕਰੰਟ ਸੀਜ਼ਨ ਜਿਹੜਾ ਪਿਛਲਾ ਗਿਆ ਉਹਦਾ ਬਕਾਇਆ ਖੜਾ। ਇਸੇ ਤਰ੍ਹਾਂ ਜਿਹੜੀ ਮਕੇਰੀਆਂ ਉਹਦਾ ਵੱਡਾ ਬਕਾਇਆ ਖੜਾ, ਕੀੜੀ ਦਾ ਵੀ ਬਕਾਇਆ ਖੜਾ ਹੈ। ਸਾਰੀਆਂ ਮਿੱਲਾਂ ਵਾਲੇ ਥੋੜਾ ਥੋੜਾ ਬਕਾਇਆ, ਇਹ ਕਰੀਬ 145 ਕਰੋੜ ਜਿਹੜੀਆਂ ਪ੍ਰਾਈਵੇਟ ਮਿੱਲਾਂ ਵੱਲ ਹੈ, ਤੇ ਸਹਿਕਾਰੀ ਵੱਲ ਵੀ ਜਿਹੜਾ ਬਕਾਇਆ ਸਾਡਾ ਖੜਾ। ਸੋ ਉਹ ਵੀ ਸਾਡੀ ਡਿਮਾਂਡ ਹੈ ਕਿ ਤੁਰੰਤ ਰਿਲੀਜ਼ ਕੀਤਾ ਜਾਵੇ। ਕਿਸਾਨ ਅੱਗੇ ਮਦਹਾਲੀ ਦੇ ਵਿੱਚ ਹੈ ਤੇ ਉਹ ਤੁਰੰਤ ਰਿਲੀਜ਼ ਕੀਤਾ ਜਾਵੇ। ਧਰਨੇ ਦੀ ਗੱਲ ਆਉਂਦੀ ਫਿਰ ਆਮ ਲੋਕ ਖੱਜਲ ਬਹੁਤ ਹੁੰਦੇ ਨੇ, ਕਿਉਂਕਿ ਪਿੱਛੇ ਜੇ ਵੀ ਆਪਾਂ ਦੇਖਿਆ ਕਿ ਜਦੋਂ ਰੋਡ ਜਾਮ ਹੁੰਦੇ ਨੇ, ਜਦੋਂ ਇਹੋ ਜਿਹੇ ਨੈਸ਼ਨਲ ਹਾਈਵੇ ਜਾਮ ਹੁੰਦੇ ਨੇ, ਤਾਂ ਫਿਰ ਲੋਕ ਬੜੇ ਪਰੇਸ਼ਾਨ ਹੁੰਦੇ ਨੇ। ਲੋਕਾਂ ਦੇ ਇਹਦੇ ਵਿੱਚ ਕੀ ਕਸੂਰ ਹੈ? ਜੇ ਤੁਸੀਂ ਘੇਰਨੇ ਆ ਤਾਂ ਜਾ ਕੇ ਸਰਕਾਰੀ ਦਫ਼ਤਰ ਘੇਰੋ। ਨਹੀਂ, ਉਹ ਸਾਡੇ ਭੈਣਾਂ ਭਰਾ ਨੇ, ਅਸੀਂ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਸਾਡੇ ਲੋਕਤੰਤਰ 'ਚ ਸਾਡੇ ਕੋਲ ਰਹਿ ਕੀ ਜਾਂਦਾ ਹੈ ਜਦੋਂ ਸਰਕਾਰਾਂ ਸਾਡੀ ਬਾਂਹ ਨਹੀਂ ਫੜਦੀਆਂ। ਇੱਕ ਸਾਲ ਸਾਨੂੰ ਲਾਰੇ ਲਾ ਕੇ, ਸਾਨੂੰ 1 ਸਾਲ ਹੋ ਗਿਆ, 11 ਮਹੀਨੇ ਘੱਟ ਨਹੀਂ ਹੁੰਦੇ, 11 ਮਹੀਨੇ ਹੋ ਗਏ ਮੰਗ ਪੱਤਰ ਦਿੱਤਿਆਂ ਨੂੰ। ਸਾਨੂੰ ਸੀਐਮ ਸਾਹਿਬ ਨੇ ਭਰੋਸਾ ਦੇ ਕੇ ਤੋਰਿਆ ਕਿ ਰੇਟ ਵੱਧ ਜਾਊਗਾ, ਫਿਰ ਨਹੀਂ ਰੇਟ ਵਧਾਇਆ, ਤੇ ਫਿਰ ਮਜਬੂਰਨ ਲੋਕਤੰਤਰ 'ਚ ਸਾਡੇ ਕੋਲ ਰਸਤਾ ਕੀ ਰਹਿ ਜਾਂਦਾ? ਪ੍ਰੋਟੈਸਟ ਦਾ ਹੀ ਆ। ਫਿਰ ਅਸੀਂ ਪ੍ਰੋਟੈਸਟ ਹੀ ਕਰਾਂਗੇ, ਫਿਰ ਧਰਨੇ ਹੀ ਦੇਵਾਂਗੇ। ਤੇ ਇਸ ਕਰਕੇ ਅਸੀਂ ਆਪਣੇ ਵੀਰਾਂ ਨੂੰ ਅਪੀਲ ਵੀ ਕਰਾਂਗੇ ਕਿ 20 ਅਗਸਤ ਤੋਂ ਲੈ ਕੇ ਕੋਈ ਹੋਰ ਰੂਟ ਬਦਲ ਕੇ ਆ ਜਾਣ, ਪਰ ਇਹ ਜਿਹੜਾ ਹਾਈਵੇ ਟੋਟਲ ਬੰਦ ਕਰਾਂਗੇ ਔਰ ਟ੍ਰੇਨ ਟਰੈਕ ਵੀ ਬੰਦ ਕਰਾਂਗੇ। ਇਹ ਬੇਨਤੀ ਕਰਾਂਗੇ ਵੀ ਜਿਹੜਾ ਸਫ਼ਰ ਵੀ ਉਹਨਾਂ ਨੇ ਕਰਨਾ, ਅਸੀਂ ਹੱਥ ਬੰਨ ਕੇ ਮਾਫੀ ਵੀ ਚਾਹਾਂਗੇ, ਪਰ ਨਾਲ ਬੇਨਤੀ ਵੀ ਕਰਾਂਗੇ ਕਿ ਜਿਹੜੇ ਸਾਡੇ ਵੀਰਾਂ ਨੇ ਸਫ਼ਰ ਕਰਨਾ ਉਹ 20 ਅਗਸਤ ਤੋਂ ਜਿਹੜਾ ਅੱਗੇ ਆਉਣ ਵਾਲਾ ਟਾਈਮ ਆ ਉਹਦੇ ਵਿੱਚ ਸਫ਼ਰ ਜਿਹੜਾ ਉਹ ਵਿਚਾਰ ਕੇ ਕਰਨ, ਕਿਸੇ ਹੋਰ ਰੂਟ ਤੋਂ ਕਰ ਲੈਣ, ਪਰ ਇਸ ਰੂਟ ਤੇ ਨਾ ਆਉਣ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ। ਜੰਗਵੀਰ ਜੀ, ਤੁਸੀਂ ਕਹਿੰਦੇ ਹੋ ਕਿ 32 ਕਿਸਾਨ ਜਥੇਬੰਦੀਆਂ ਦੇ ਆਗੂ ਇੱਥੇ ਪਹੁੰਚਣਗੇ, ਤਾਂ ਫਿਰ ਉਹ ਦਿੱਲੀ ਵਾਲੇ ਧਰਨੇ ਤੇ ਨਹੀਂ ਕੋਈ ਅਸਰ ਪਊਗਾ? ਦਿੱਲੀ ਵਾਲੇ ਧਰਨੇ ਤੇ ਕੋਈ ਅਸਰ ਨਹੀਂ ਪੈਣਾ। ਉੱਥੇ ਵੀ ਸਾਡਾ ਕੇਡਰ ਬੈਠਾ ਹੋਇਆ ਆ। ਜਿਸ ਤਰ੍ਹਾਂ ਰਾਜ ਸਾਹਿਬ ਨੇ ਦੱਸਿਆ ਕਿ 90% ਲੋਕ ਇੱਥੇ ਬੈਠੇ ਆ, 10% ਨਾਲ ਹਜ਼ਾਰਾਂ ਲੋਕ ਜਿਹੜੇ ਸਾਡੇ ਉਹਨਾਂ ਧਰਨਿਆਂ ਤੇ ਬੈਠੇ ਹੋਏ ਆ। ਅੱਜ ਪੂਰੇ ਦੇਸ਼ ਦਾ ਜਿਹੜਾ ਆਲ ਵਰਲਡ ਦਾ ਧਰਨਾ ਇਹ ਬਣ ਗਿਆ ਹੈ, ਉਹ ਤੇ ਕਿਤੇ ਇਤਿਹਾਸਿਕ ਧਰਨਾ ਬਣਿਆ ਹੋਇਆ, ਉੱਥੇ ਕੋਈ ਫਰਕ ਨਹੀਂ ਪੈਣਾ, ਕਿਉਂਕਿ ਨਾਲ ਦੀ ਨਾਲ ਜਿੱਥੇ ਕੇਂਦਰ ਸਰਕਾਰ ਦੇ ਖਿਲਾਫ ਅਸੀਂ ਲੜਾਈ ਲੜ ਰਹੇ ਸੀ ਤੇ ਸਾਡੇ ਕੈਪਟਨ ਸਾਹਿਬ ਜਾ ਕੇ ਕਹਿ ਰਹੇ ਸੀ ਕਿ ਬਿੱਲਾਂ ਨੂੰ ਜਿਹੜਾ ਰੱਦ ਕੀਤਾ ਜਾਵੇ, ਉਹਨਾਂ ਨੂੰ ਆਪਣਾ ਪਤਾ ਹੀ ਨਹੀਂ ਕਿ ਸਾਡੇ ਪਾਲੇ ਦੇ ਵਿੱਚ ਕੀ ਆ, ਅਸੀਂ ਕੀ ਵਾਅਦੇ ਕੀਤੇ ਆ। ਜਿਸ ਤਰ੍ਹਾਂ ਦੱਸਿਆ ਗਿਆ ਕਿ 11 ਮਹੀਨੇ ਪਹਿਲਾਂ ਸਤੰਬਰ ਦੇ ਵਿੱਚ ਇਹਨਾਂ ਨੇ ਮੀਟਿੰਗ ਕੀਤੀ ਸੀਗੀ ਔਰ ਹੋਈ ਵੀ ਸੀਐਮ ਹਾਊਸ ਦੇ ਵਿੱਚ ਸੀ, ਤੇ ਉਸ ਵੇਲੇ ਸਾਡੀਆਂ ਜਥੇਬੰਦੀਆਂ ਵੱਲੋਂ ਮੰਗ ਪੱਤਰ ਵੀ ਦਿੱਤਾ ਗਿਆ ਸੀ। ਉਸ ਵੇਲੇ ਉਹਨਾਂ ਨੇ ਵਾਅਦਾ ਵੀ ਕੀਤਾ ਸੀਗਾ, ਤੇ ਵਾਅਦੇ ਤਾਂ ਮੇਰੇ ਖਿਆਲ ਪਹਿਲਾਂ ਵੀ ਕੀਤੇ ਸੀ। ਕੈਪਟਨ ਸਾਹਿਬ ਨੇ ਮੱਥੇ ਨੂੰ ਗੁਟਕਾ ਸਾਹਿਬ ਲਾ ਕੇ ਵੀ ਬਹੁਤ ਵਾਅਦੇ ਕੀਤੇ ਸੀ। ਬੇਰੁਜ਼ਗਾਰੀ ਖਤਮ ਹੋ ਗਈ, ਨਸ਼ਾ ਖਤਮ ਹੋ ਗਿਆ, ਕੀ ਖਤਮ ਹੋ ਗਿਆ? ਮਤਲਬ ਹੁਣ ਤਾਂ ਚੋਣਾਂ ਵੀ ਲਾਗੇ ਆ ਗਈਆਂ। ਹੁਣ ਇਹਨਾਂ ਸਰਕਾਰਾਂ ਨੂੰ ਸਮਝ ਲੈਣਾ ਚਾਹੀਦਾ ਕਿ ਜੇਕਰ ਕਿਸਾਨ ਦੀ ਕੋਈ ਡਿਮਾਂਡ ਆ, ਉਹ ਜਾਇਜ਼ ਮੰਗਿਆ, ਉਹ ਮੰਨ ਲੈਣੀ ਚਾਹੀਦੀ ਉਹਨਾਂ ਨੂੰ। ਚਾਹੇ ਸਟੇਟ ਸਰਕਾਰ ਹੋਵੇ, ਕਿਸਾਨਾਂ ਨੂੰ ਇਹਨਾਂ ਇਗਨੋਰ ਕਿਉਂ ਕਰ ਰਹੀ ਹੈ? ਕਿਉਂਕਿ 4 ਸਾਲ ਹੋ ਗਏ ਆ। ਅਕਾਲੀ ਦਲ ਦੇ ਵੇਲੇ ਮੈਨੂੰ ਯਾਦ ਆ ਕਿ ਤੁਹਾਡੇ ਇੱਕ ਗੰਨੇ ਦਾ ਬਕਾਇਆ ਜਿਹੜਾ ਰਿਲੀਜ਼ ਵੀ ਹੋਇਆ ਸੀ ਉਦੋਂ ਥੋੜਾ ਬਹੁਤ, ਤੇ ਇਹ ਪੈਸੇ ਰਾਸ਼ੀ ਵੀ ਵਧੀ ਸੀਗੀ, ਇਹਦਾ ਮੁੱਲ ਵੀ ਵਧਿਆ ਸੀਗਾ। ਇੰਨਾ ਇਹ ਕੈਪਟਨ ਸਰਕਾਰ ਇਗਨੋਰ ਕਿਉਂ ਕਰ ਗਈ ਇਸ ਵਾਰ? ਸਰਕਾਰਾਂ ਸਾਰੀਆਂ ਇਹੀ ਕੁਝ ਕਰਦੀਆਂ ਆ। ਜਦੋਂ ਸੱਤਾ ਦੇ ਵਿੱਚ ਆਇਆ ਫਿਰ ਨਸ਼ਾ ਹੀ ਇੰਨਾ ਕੁ ਹੋ ਜਾਂਦਾ ਇਹ ਥੱਲੇ ਬੈਠੇ ਲੋਕਾਂ ਨੂੰ, ਕਿਸਾਨਾਂ ਮਜ਼ਦੂਰਾਂ ਨੂੰ ਸਾਰੇ ਭੁੱਲ ਜਾਂਦੇ ਆ। ਕਸੂਰ ਸਿਰਫ ਇਹ ਨਸ਼ੇ ਦਾ ਹੀ ਆ, ਸੱਤਾ ਦੇ ਨਸ਼ੇ ਦਾ ਹੀ ਆ। ਜਿਹੜੀ ਰਾਜਨੀਤਿਕ ਜ਼ਮੀਨ ਤੇ ਬੈਠੇ ਹੋਏ ਆ, ਜਿਹਦਾ ਇਹ ਨਸ਼ਾ ਲੈ ਕੇ ਬੈਠੇ, ਉਹ ਨਸ਼ਾ ਹੀ ਐਤਕੀ ਖਤਮ ਕਰਨਾ। ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਨੂੰ ਰਿਜ਼ਲਟ ਮਿਲ ਜਾਣਾ, ਕੋਈ ਏਡੀ ਵੱਡੀ ਗੱਲ ਨਹੀਂ। ਜੇ 1-2 ਦਿਨਾਂ ਦੇ ਵਿੱਚ ਗੱਲ ਨਾ ਮੰਨੀ ਔਲਖ ਸਾਹਿਬ, ਤਾਂ ਫਿਰ ਅਗਲਾ ਪੜਾਅ ਕੀ ਹੋਊਗਾ? ਅਣਮਿੱਥੇ ਸਮੇਂ ਲਈ ਰੋਡ ਜਾਮ ਕਰ ਦੋਗੇ, ਉਸ ਤੋਂ ਬਾਅਦ ਰੇਲਵੇ ਟਰੈਕ ਵੀ ਜਾਮ ਕਰ ਦਿਓਗੇ? ਦੇਖੋ ਜੀ, ਅਣਮਿੱਥੇ ਸਮੇਂ ਦੀ ਅਸੀਂ ਪਹਿਲਾਂ ਲਿਖਿਆ ਵੀ ਅਣਮਿੱਥੇ ਸਮੇਂ ਲਈ ਜਿੰਨਾ ਚਿਰ ਸਾਡੀਆਂ ਮੰਗਾਂ ਮੰਨੀਆਂ ਨਹੀਂ ਜਾਂਦੀਆਂ। ਜੇ ਇੱਕ ਦਿਨ ਵਿੱਚ ਸਾਡੀ ਮੰਗ ਇਹਨਾਂ ਹਾਈਵੇ ਬੰਦ ਕੀਤਾ ਨਾ ਮੰਨੀ, ਤੇ ਨਾਲ ਹੀ ਰੇਲਵੇ ਟਰੈਕ ਜਿਹੜਾ ਵਾ ਬਿਲਕੁਲ ਨਾਲ ਹੀ ਆ। ਦੋਵੇਂ ਚੀਜ਼ਾਂ ਇਕੱਠੀਆਂ ਚੁਣੀਆਂ, ਰੇਲਵੇ ਟਰੈਕ ਬੰਦ ਕੀਤਾ ਜਾਊਗਾ। ਫਿਰ ਉਹਨਾਂ ਚਿਰ ਦੋਵੇਂ ਚੀਜ਼ਾਂ ਬੰਦ ਰਹਿਣਗੀਆਂ ਜਿੰਨਾ ਚਿਰ ਸਾਡਾ ਗੰਨੇ ਦਾ ਰੇਟ ਜਿਹੜਾ ਵਾ ਉਹਨੂੰ ਘੱਟੋ ਘੱਟ 400 ਰੁਪਈਆ ਨਹੀਂ ਕੀਤਾ ਜਾਂਦਾ। ਜੇ ਘੱਟੋ ਘੱਟ 400 ਰੁਪਈਆ ਰੇਟ ਨਾਲ ਨਹੀਂ ਕੀਤਾ, ਅਣਮਿੱਥੇ ਸਮੇਂ ਲਈ ਇਹ ਦੋਵੇਂ ਚੀਜ਼ਾਂ ਬੰਦ ਰੱਖਾਂਗੇ। ਤਾਂ ਹੁਣ ਕੈਪਟਨ ਸਰਕਾਰ ਦੇ ਉੱਪਰ ਕਿਸਾਨ ਵਰਨ ਦੀ ਤਿਆਰੀ ਦੇ ਵਿੱਚ ਨੇ। 20 ਅਗਸਤ ਨੂੰ ਧੰਨੋਵਾਲੀ ਫਾਟਕ ਜੋ ਅੰਮ੍ਰਿਤਸਰ ਦਿੱਲੀ ਹਾਈਵੇ ਆ, ਉਸ ਨੂੰ ਜਾਮ ਕਰਨ ਦੀ ਤਿਆਰੀ ਦੇ ਵਿੱਚ ਨੇ। ਇੱਕ ਅੱਧੇ ਦਿਨ ਦੇ ਵਿੱਚ ਫੈਸਲਾ ਜੇ ਨਾ ਆਇਆ ਤੇ ਕਹਿੰਦੇ ਨੇ ਕਿ 20 ਤਰੀਕ ਤੋਂ ਬਾਅਦ ਨਾਲ ਹੀ ਰੇਲਵੇ ਟਰੈਕ ਵੀ ਜਾਮ ਕਰ ਦਿੱਤਾ ਜਾਊਗਾ, ਜਿਸ ਦੇ ਨਾਲ ਆਮ ਲੋਕਾਂ ਨੂੰ ਤਾਂ ਮੁਸ਼ਕਲਾਂ ਆਉਣਗੀਆਂ ਹੀ ਆਉਣਗੀਆਂ, ਪਰ ਸਰਕਾਰ ਦੇ ਵੀ ਕੰਨ ਖੋਲਣਗੇ ਇਹ ਕਿਸਾਨ। ਕਿਉਂਕਿ ਪਿਛਲੇ 4 ਸਾਲਾਂ ਤੋਂ ਨਾ ਤਾਂ ਕਿਸਾਨਾਂ ਦੇ ਲਈ ਬਕਾਇਆ ਰਾਸ਼ੀ ਜਾਰੀ ਕੀਤੀ ਗਈ ਹੈ ਅਤੇ ਨਾ ਹੀ ਗੰਨੇ ਦਾ ਮੁੱਲ ਵਧਾਇਆ ਗਿਆ ਹੈ, ਤੇ ਹੁਣ 400 ਰੁਪਈਆ ਕਿਹਾ ਜਾ ਰਿਹਾ ਹੈ ਕਿ ਗੰਨੇ ਦਾ ਮੁੱਲ ਕੀਤਾ ਜਾਵੇ। ਇਸ ਤੋਂ